ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਬੁੱਕ ਮੈਂ ਸ਼ੁਰੂ ਕਰਨ ਜਾ ਰਹੀ ਹਾਂ, ਨੌ ਵਿਸ਼ੇਸ਼ਤਾਈਆਂ ਸ਼੍ਰੀ ਸੁਖਮਨੀ ਸਾਹਿਬ ਜੀ, ਭਾਈ ਗੁਰਕਿਰਪਾਲ ਸਿੰਘ ਜੀ ਵੱਲੋਂ ਲਿਖੀ ਹੋਈ ਹੈ ਇਹ ਬੁੱਕ। ਅਤੇ ਇਸ ਬੁੱਕ ਨੂੰ ਪੜ੍ਹਨ ਦਾ ਮੋਟਿਵ ਜਾਂ ਰੀਜ਼ਨ ਕੀ ਸੀਗਾ ਕਿ ਮੈਂ ਇਹ ਬੁੱਕ ਚੂਜ਼ ਕੀਤੀ ਪੜ੍ਹਨੀ। ਇਸ ਦੇ ਪਿੱਛੇ ਕਾਰਨ ਇਹ ਸੀਗਾ ਕਿ ਮੈਂ ਇੱਕ ਦਿਨ ਆਪਣੇ ਇੱਕ ਕੋਲੀਗ ਨਾਲ ਗੱਲ ਕਰ ਰਹੀ ਸੀ ਕਿ ਮੇਰਾ ਪਾਠ ਕਰਨ ਨੂੰ ਦਿਲ ਤੇ ਕਰਦਾ ਹੈ ਪਰ ਬੈਠਿਆ ਨਹੀਂ ਜਾਂਦਾ, ਮੇਰਾ ਨਿਤਨੇਮ ਬਹੁਤ ਘੱਟ ਗਿਆ। ਇਹ ਸੁਣ ਕੇ ਉਹਨਾਂ ਨੇ ਕਿਹਾ ਕਿ ਜਦ ਮੇਰਾ ਨਿਤਨੇਮ ਘੱਟਦਾ ਹੈ ਤੇ ਮੈਂ ਆਹ ਬੁੱਕ ਜਿਹੜੀ ਹੈ 9 ਵਿਸ਼ੇਸ਼ਤਾਵਾਂ ਸੁਖਮਨੀ ਸਾਹਿਬ ਜੀ ਦੀਆਂ ਪੜ੍ਹ ਲੈਂਦੀ ਹਾਂ ਅਤੇ ਫਿਰ ਇੱਕੋ ਦਮ ਅੰਦਰ ਗੁਰੂ ਨੂੰ ਮਿਲਣ ਦੀ ਰੀਝ ਜਾਗ ਪੈਂਦੀ ਹੈ ਅਤੇ ਪਾਠ ਕਰਨ ਨੂੰ ਦਿਲ ਕਰਦਾ ਹੈ। ਅਤੇ ਫਿਰ ਉਹਨਾਂ ਨੇ ਨੈਕਸਟ ਡੇ ਇਹ ਬੁੱਕ ਮੈਨੂੰ ਲਿਆ ਕੇ ਦਿੱਤੀ। ਕੱਲ੍ਹ ਤੋਂ ਹੀ ਮੈਂ ਇਹ ਬੁੱਕ ਪੜ੍ਹ ਰਹੀ ਹਾਂ ਅਤੇ ਹੁਣ ਸੋਚਿਆ ਕਿ ਕਿਉਂ ਨਾ ਆਡੀਓ ਫਾਰਮ 'ਚ ਲੈ ਕੇ ਆਵਾਂ ਤਾਂ ਕਿ ਮੇਰੇ ਵਰਗੇ ਕਈ ਜਿਨ੍ਹਾਂ ਦਾ ਨਿਤਨੇਮ ਘੱਟ ਗਿਆ ਹੈ ਉਹ ਫਿਰ ਤੋਂ ਇੱਕ ਨਵੀਂ ਐਨਰਜੀ ਦੇ ਨਾਲ ਰੱਬ ਵੱਲ ਮੁੜਨ। ਸੋ ਆਪਾਂ ਸ਼ੁਰੂ ਕਰਦੇ ਹਾਂ। ਪਹਿਲੀ ਵਿਸ਼ੇਸ਼ਤਾ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਨ। ਇੱਕ ਦਿਨ ਸ਼੍ਰੀ ਗੁਰੂ ਅਰਜਨ ਦੇਵ ਜੀ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਬੇਰੀ ਹੇਠ ਬੈਠ ਕੇ ਨਿਤਨੇਮ ਵਿੱਚ ਜੁੜੇ ਹੋਏ ਸਨ। ਜਦੋਂ ਨਿਤਨੇਮ ਤੋਂ ਵਿਹਲੇ ਹੋਏ ਤਾਂ ਕੁਝ ਸਿੱਖਾਂ ਨੇ ਬੇਨਤੀ ਕੀਤੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਕਿ ਸੱਚੇ ਪਾਤਸ਼ਾਹ ਜੀ, ਬਾਣੀ ਰਾਹੀਂ ਉਪਦੇਸ਼ ਮਿਲਦਾ ਹੈ ਕਿ ਸਵਾਸ ਨਾਮ ਜਪੋ, ਬੰਦਗੀ ਕਰੋ, ਕੋਈ ਵੀ ਸਵਾਸ ਤੁਹਾਡਾ ਬਿਰਥਾ ਨਾ ਜਾਵੇ। ਗੁਰੂ ਨੂੰ ਉਹ ਪਾਉਂਦਾ ਹੈ ਜੋ ਸਵਾਸ ਨਾਮ ਜਪੇ। ਗੁਰੂ ਰਾਮਦਾਸ ਜੀ ਦੀਆਂ ਪੰਕਤੀਆਂ ਵੀ ਹਨ, ਜੋ ਸਾਸ ਗਿਰਾਸ ਤੇ ਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰ ਮਨ ਪਾਵੇ। ਸਿੱਖਾਂ ਨੇ ਬੇਨਤੀ ਕੀਤੀ ਸਤਿਗੁਰੂ, ਇਹ ਸਾਸ ਗਿਰਾਸ ਦੀ ਅਵਸਥਾ ਇੱਕਦਮ ਨਹੀਂ ਮਿਲਦੀ, ਸਮਾਂ ਪਾ ਕੇ ਮਿਲਦੀ ਹੈ। ਪੌੜੀਆਂ ਹਨ, ਇਹ ਤਰਾ ਪਤ ਪੌੜੀ ਹੈ, ਚੜ੍ਹੀਏ ਹੋਏ 21। ਇਹ ਨਹੀਂ ਕਿ ਉੱਦਮ ਹੀ ਨਹੀਂ ਕਰਨਾ, ਸਾਨੂੰ ਸਾਰਿਆਂ ਨੂੰ ਉੱਦਮ ਨਹੀਂ ਛੱਡਣਾ ਚਾਹੀਦਾ। ਇਹਨਾਂ ਪੌੜੀਆਂ 'ਤੇ ਚੜ੍ਹਨ ਦਾ ਯਤਨ ਕਰਦੇ ਰਹਿਣਾ ਚਾਹੀਦਾ ਹੈ। ਦਿਲ ਢਾਹ ਕੇ ਨਹੀਂ ਬੈਠ ਜਾਣਾ ਕਿ ਮੈਂ ਤਾਂ ਇੱਥੇ ਪਹੁੰਚ ਹੀ ਨਹੀਂ ਸਕਦਾ। ਦੁਆਪਰ ਯੁੱਗ ਦੇ ਅਵਤਾਰ ਸ਼੍ਰੀ ਕ੍ਰਿਸ਼ਨ ਜੀ ਨੇ ਇੱਕ ਕੀੜੇ ਦੀ ਮਿਸਾਲ ਦਿੱਤੀ ਸੀ। ਆਪਣੇ ਘਰਾਂ ਵਿੱਚ ਕਈ ਵਾਰੀ ਵੇਖੋ, ਇੱਕ ਕੀੜਾ ਕੰਧ 'ਤੇ ਕਿੰਨੀ ਵਾਰ ਚੜ੍ਹਨ ਦਾ ਯਤਨ ਕਰਦਾ ਹੈ, ਫਿਰ ਡਿੱਗਦਾ ਹੈ, ਫਿਰ ਚੜ੍ਹਨ ਦਾ ਯਤਨ ਕਰਦਾ ਹੈ। ਕਈ ਵਾਰੀ ਜਿੱਥੇ ਹੱਥ ਧੋਂਦੇ ਹੋ, ਵਾਸ਼ ਬੇਸਿਨ ਜਾਂ ਕੁਝ ਹੋਰ ਐਸੀਆਂ ਥਾਵਾਂ ਜਿੱਥੇ ਤਿਲਕਣ ਹੋਵੇ, ਉੱਥੇ ਕੀੜਾ ਚੜ੍ਹਦਾ ਹੈ, ਡਿੱਗਦਾ ਹੈ, ਫਿਰ ਚੜ੍ਹਦਾ ਹੈ, ਫਿਰ ਡਿੱਗਦਾ ਹੈ। ਕ੍ਰਿਸ਼ਨ ਜੀ ਨੇ ਕੀੜੇ ਵੱਲ ਵੇਖ ਕੇ ਆਖਿਆ ਸੀ, ਦੇਖੋ 10 ਵਾਰੀ ਡਿੱਗਾ, 15 ਵਾਰੀ ਡਿੱਗਾ, 20 ਵਾਰੀ ਡਿੱਗਾ, ਪਰ 21ਵੀਂ ਵਾਰੀ ਚੜ੍ਹਨ ਵਿੱਚ ਸਫਲ ਹੋ ਗਿਆ। ਕੀੜੇ ਤੋਂ ਹੀ ਸਬਕ ਲੈ ਲਵੋ, ਯਤਨ ਜਾਰੀ ਰੱਖਣਾ, ਇੱਕ ਦਿਨ ਜ਼ਰੂਰ ਸਫਲਤਾ ਮਿਲ ਜਾਵੇਗੀ। ਇੱਕ ਦਮ ਨਹੀਂ ਅਵਸਥਾ ਬਣਦੀ। ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਜੋ ਕਿ ਰਸ ਨਾਲ ਭਰੇ ਜੀਵਨ ਦਾ ਆਨੰਦ ਹਰ ਸਮੇਂ ਮਾਣਦੇ ਸਨ, ਬੜੀ ਹਲੀਮੀ ਵਾਲੀ ਬੰਦਗੀ ਕਰਨ ਵਾਲੀ ਰੂਹ ਸਨ। ਉਹਨਾਂ ਨੂੰ ਵੀ ਕੁਝ ਪ੍ਰੇਮੀਆਂ ਨੇ ਅਧਿਆਤਮਕ ਪ੍ਰਸ਼ਨ ਕੀਤਾ ਸੀ ਕਿ ਭਾਈ ਸਾਹਿਬ, ਵਾਹਿਗੁਰੂ ਵਾਹਿਗੁਰੂ ਜਾਪ ਕਰੀਦਾ ਹੈ, ਰਸ ਨਹੀਂ ਆਉਂਦਾ। ਉੱਤਰ ਵਿੱਚ ਭਾਈ ਸਾਹਿਬ ਜੀ ਨੇ ਬੇਨਤੀ ਕੀਤੀ, ਪਿਆਰਿਓ, ਇਹ ਸਹਿਜ ਦਾ ਮਾਰਗ ਹੈ, ਇਹ ਅਵਸਥਾ ਇੱਕਦਮ ਨਹੀਂ ਮਿਲਦੀ। ਗੁਰੂ ਅਮਰਦਾਸ ਜੀ ਵੀ ਤਾਂ ਮੋਹਰ ਇਹੀ ਲਾਉਂਦੇ ਹਨ, ਜੀਵਨ 'ਚ ਆਨੰਦ ਆ ਗਿਆ, ਸੱਚੇ ਗੁਰੂ ਦਾ ਮਿਲਾਪ ਹੋਇਆ ਹੈ, ਪਰ ਇਹ ਮਿਲਾਪ ਹੋਇਆ ਹੈ ਸਹਿਜਤਾ ਨਾਲ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਭਾਈ ਵੀਰ ਸਿੰਘ ਜੀ ਨੇ ਬਚਨ ਕੀਤਾ ਕਿ ਇਹ ਸਹਿਜ ਦਾ ਮਾਰਗ ਹੈ। ਮਿਸਾਲ ਦੇ ਕੇ ਸਮਝਾਇਆ ਕਿ ਜਿਵੇਂ ਜੰਗ ਦੇ ਮੈਦਾਨ ਵਿੱਚ ਫੌਜੀ ਦੁਸ਼ਮਣ ਨਾਲ ਲੜ ਕੇ ਜਿੱਤ ਪ੍ਰਾਪਤ ਕਰਦਾ ਹੈ, ਉਦੋਂ ਫਿਰ ਫੌਜੀ ਨੂੰ ਆਨੰਦ ਭਾਵ, ਰਸ ਭਾਵ ਪ੍ਰਾਪਤੀ ਹੁੰਦੀ ਹੈ। ਜੀਵਨ ਵਿੱਚ ਵੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਅਤੇ ਅੱਗੋਂ ਕਈ ਵੈਰੀਆਂ, ਈਰਖਾ, ਨਿੰਦਿਆ, ਚੁਗਲੀ ਆਦਿਕ, ਇਹਨਾਂ ਨਾਲ ਜਦ ਤੱਕ ਜੰਗ ਹੈ ਤਦ ਤੱਕ ਰਸ ਕਿੱਥੇ। ਵਾਹਿਗੁਰੂ ਵਾਹਿਗੁਰੂ ਰੂਪੀ ਗੋਲੇ ਰਸਨਾ ਅਤੇ ਮਨ ਰੂਪੀ ਤੋਪ ਵਿੱਚੋਂ ਚਲਾ ਕੇ ਦੁਸ਼ਮਣਾਂ ਨੂੰ ਸ਼ਾਂਤ ਕਰਨ ਤੋਂ ਬਾਅਦ ਹੀ ਸਵਾਸ ਜਪਨ ਅਤੇ ਰਸ ਦੀ ਪ੍ਰਾਪਤੀ ਹੁੰਦੀ ਹੈ। ਇੱਕ ਵਾਰੀ ਕੋਈ 26-27 ਸਾਲ ਦਾ ਨੌਜਵਾਨ ਬਾਬਾ ਨੰਦ ਸਿੰਘ ਜੀ ਕੋਲ ਆਇਆ ਅਤੇ ਕਹਿਣ ਲੱਗਾ ਕਿ ਮੈਂ ਸੁਣਿਆ ਹੈ ਤੁਸੀਂ ਗੁਰੂ ਨਾਨਕ ਦੇ ਦਰਸ਼ਨ ਕੀਤੇ ਹਨ। ਬਾਬਾ ਜੀ ਨੇ ਨਾ ਕੀਤੀ ਤੇ ਨਾ ਹੀ ਹਾਂ। ਸੋਚਿਆ ਜੇ ਕਹਿੰਦੇ ਹਾਂ ਕੀਤੇ ਹਨ ਤਾਂ ਹਉਮੈ ਹੈ,
ਜੇ ਕਹਿੰਦੇ ਹਾਂ ਨਹੀਂ ਕੀਤੇ ਤਾਂ ਝੂਠ ਹੈ। ਕਹਿਣ ਲੱਗੇ ਨੂੰ ਕਿਉਂ ਪੁੱਛ ਰਿਹਾ ਹੈ? ਕਹਿਣ ਲੱਗਾ, ਇਸ ਲਈ ਪੁੱਛ ਰਿਹਾ ਹਾਂ ਕਿ ਤੁਸੀਂ ਕੀਤੇ ਹਨ ਤੇ ਮੈਨੂੰ ਵੀ ਕਰਵਾ ਦਿਓ। ਬਾਬਾ ਜੀ ਕਹਿਣ ਲੱਗੇ, ਕਿੰਨਾ ਪੜ੍ਹਿਆ ਹੈ? ਕਹਿੰਦਾ, MA ਪੜ੍ਹਿਆ। ਬਾਬਾ ਜੀ ਕਹਿੰਦੇ, ਅਸੀਂ ਤੇ ਸਿਰਫ 5 ਅੱਖਰ ਪੜ੍ਹੇ ਹਨ। ਸੰਤ ਵਧਾਵਾ ਸਿੰਘ ਜੀ ਬਾਬਾ ਨਾਨਕ ਸਿੰਘ ਜੀ ਦੇ ਵਿਦਿਆ ਗੁਰੂ ਸੀ। ਉਹਨਾਂ ਨਾ ਫੱਟੀ ਲਈ ਸੀ ਤੇ ਨਾ ਹੀ ਸਲੇਟ। ਮਿੱਟੀ ਤੇ ਹੀ ਵਾਹਿਆ ਸੀ ਊੜਾ ਐੜਾ ਈੜੀ ਸੱਸਾ ਹਾਹਾ ਤੇ ਅੱਗੋਂ ਕਹਿ ਦਿੱਤਾ ਕੱਟਿਆ ਜਮਕਾ ਫਾਹਾ ਤੇ ਕਿਹਾ ਤੇਰੇ ਲਈ ਇੰਨੇ ਹੀ ਕਾਫੀ ਹਨ। ਇੱਥੇ ਇਹ ਨਾ ਸਮਝ ਲੈਣਾ ਕਿ ਮਹਾਂਪੁਰਸ਼ ਅਨਪੜ੍ਹ ਸਨ। ਦੁਨਿਆਵੀ ਪੜ੍ਹਾਈ ਇੱਥੋਂ ਤੱਕ ਸੀ। ਬਾਣੀ ਦੀ ਮਰਿਆਦਾ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਵਿੱਚ ਜੋ ਬਰੀਕੀਆਂ ਮਹਾਂਪੁਰਸ਼ਾਂ ਨੇ ਕੱਢੀਆਂ, ਉਹ ਆਮ ਆਦਮੀ ਦੀ ਸੋਚ ਤੋਂ ਵੀ ਪਰੇ ਹਨ। ਜਿੱਥੇ ਦੁਨਿਆਵੀ ਪੜ੍ਹਾਈ ਖਤਮ ਹੁੰਦੀ ਹੈ, ਉੱਥੋਂ ਗੁਰੂ ਨਾਨਕ ਦੇ ਘਰ ਦੀ ਕੱਚੀ ਦੀ ਪੜ੍ਹਾਈ ਸ਼ੁਰੂ ਹੁੰਦੀ ਹੈ। ਇੱਕ ਵਿਦਵਾਨ ਤੇ ਮਹਾਂਪੁਰਸ਼ ਵਿੱਚ ਬੜਾ ਫਰਕ ਹੈ। ਬਾਬਾ ਜੀ ਫਿਰ ਉਸ ਨੌਜਵਾਨ ਨੂੰ ਬੋਲਦੇ ਹਨ, ਤੂੰ MA ਪੜ੍ਹਿਆ ਹੈ, ਅਸੀਂ ਤਾਂ ਕੱਚੀ ਵੀ ਨਹੀਂ ਪੜ੍ਹੇ। ਤੂੰ ਇੰਜ ਕਰ, ਸਾਨੂੰ ਬੈਠੇ ਬੈਠੇ MA ਕਰਵਾ ਦੇ, ਅਸੀਂ ਤੈਨੂੰ ਗੁਰੂ ਨਾਨਕ ਦੇ ਦਰਸ਼ਨ ਕਰਵਾ ਦਿੰਦੇ ਹਾਂ। ਉਹ ਨੌਜਵਾਨ ਕਹਿਣ ਲੱਗਾ, MA ਬੈਠੇ ਬੈਠੇ ਕਿਵੇਂ ਹੋ ਸਕਦੀ ਹੈ? ਇਸ ਦੇ ਲਈ ਮਿਹਨਤ ਕਰਨੀ ਪੈਂਦੀ ਹੈ, ਬਾਕੀ ਕਲਾਸਾਂ ਵੀ ਪਾਸ ਕਰਨੀਆਂ ਪੈਂਦੀਆਂ ਹਨ, ਫਿਰ MA ਹੁੰਦੀ ਹੈ। ਬਾਬਾ ਜੀ ਕਹਿਣ ਲੱਗੇ, ਗੁਰੂ ਨਾਨਕ ਦੇ ਦਰਸ਼ਨ ਵੀ ਇੱਕਦਮ ਨਹੀਂ ਹੁੰਦੇ। ਉਸ ਦੇ ਲਈ ਵੀ ਘਾਲਣਾ ਕਰਨੀ ਪੈਂਦੀ ਹੈ, ਉੱਦਮ ਕਰਨੇ ਪੈਂਦੇ ਹਨ। ਦਾਸ ਦਾ ਇਹ ਕੁਝ ਉਦਾਹਰਨਾਂ ਦੇਣ ਤੋਂ ਭਾਵ ਹੈ ਕਿ ਪੌੜੀਆਂ ਚੜ੍ਹੇ ਬਗੈਰ ਮੰਜ਼ਿਲ ਨਹੀਂ ਮਿਲਦੀ। ਸਵਾਸ ਗਿਰਾਸ ਦੀ ਅਵਸਥਾ ਬਣੇ, ਇਹ ਪੌੜੀ ਬੜੀ ਉੱਚੀ ਹੈ, ਪਰ ਅਸੀਂ ਉਸ ਕੀੜੇ ਤੋਂ ਸੇਧ ਲੈਣੀ ਹੈ, ਉੱਦਮ ਨਹੀਂ ਛੱਡਣਾ। ਸਿੱਖ ਕਹਿਣ ਲੱਗੇ ਕਿ ਸਵਾਸ ਸਵਾਸ ਨਾਮ ਚੱਲੇ। ਇਹ ਪੌੜੀ ਬੜੀ ਉੱਚੀ ਹੈ। ਇਸ ਅਵਸਥਾ 'ਤੇ ਪਹੁੰਚਣ ਤੋਂ ਪਹਿਲਾਂ ਹੀ ਜੇ ਮੌਤ ਆ ਗਈ ਤਾਂ ਸਾਡਾ ਕੀ ਬਣੇਗਾ? ਗੁਰੂ ਰਾਮਦਾਸ ਜੀ ਕਹਿੰਦੇ ਹਨ, ਜੋ ਸਾਸ ਗਿਰਾਸ ਤੇ ਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰਮਨ ਪਾਵੇ। ਕੋਈ ਸੌਖਾ ਰਾਹ ਬਖਸ਼ ਦਿਓ ਮਹਾਰਾਜ ਜੀ। ਫਿਰ ਦੂਜੀ ਬੇਨਤੀ ਕੀਤੀ। ਸਿੱਖ ਕਹਿਣ ਲੱਗੇ, ਅਸੀਂ ਅਲਭਗ ਜੀਵ ਹਾਂ, ਸਾਡੀ ਸੋਚ ਪੋਚ ਹੈ। ਗ੍ਰਸਤੀ ਦੀ ਕਾਰ ਵਿਹਾਰ ਵੀ ਕਰਨੀ ਹੈ, ਬੱਚਿਆਂ ਦੀ ਦੇਖਭਾਲ ਵੀ ਕਰਨੀ ਹੈ, ਆਏ ਗਏ ਅਤਿਥੀ ਦੀ ਸੇਵਾ ਵੀ ਕਰਨੀ ਹੈ। ਆਪ ਹੀ ਕੋਈ ਸੌਖਾ ਰਾਹ ਬਖਸ਼ੋ। ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਵੀ ਕਹਿਣ ਲੱਗੇ, ਸਤਿਗੁਰੂ, ਅਨੇਕਾਂ ਮੱਤਾਂ ਵਿੱਚ ਜੀਵਾਂ ਦੇ ਕਲਿਆਣ ਲਈ ਕੁਝ ਰਚਿਆ ਗਿਆ ਹੈ। ਜਿਵੇਂ ਸਨਾਤਨ ਮੱਤ ਵਾਲੇ ਗੀਤਾ ਦਾ ਪਾਠ ਕਰਨ ਵਿੱਚ ਹੀ ਜੀਵ ਦੀ ਕਲਿਆਣ ਮੰਨਦੇ ਹਨ। ਆਪ ਜੀ ਵੀ ਕੋਈ ਅਜਿਹੀ ਬਾਣੀ ਰਚੋ ਜਿਸ ਦੇ ਪਾਠ ਕੀਤਿਆਂ ਜੀਵਾਂ ਦੀ ਕਲਿਆਣ ਹੋ ਜਾਵੇ ਤੇ 24,000 ਸਵਾਸ ਸਫਲੇ ਹੋ ਜਾਣ। ਆਪ ਜੀ ਦੇ ਸਿੱਖ ਕਿਧਰੇ ਭਟਕ ਨਾ ਜਾਣ। ਸਿੱਖਾਂ ਦੀ ਇਸ ਅਰਦਾਸ ਬਾਰੇ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਵੀ ਜ਼ਿਕਰ ਹੈ। ਤਾਤੇ ਰਚੋ ਏਕ ਆਦ ਬਾਣੀ, ਨਿਤ ਜਿਸ ਪੜਤ ਹੋ ਅਕਹਾਣੀ। ਹਿਰਦੈ ਬਸਾਵੈ ਕਮਾਵੈ ਜੋਈ, ਬਹੁਰ ਨਾ ਜਨਮ ਮਰਨ ਤਿਸ ਹੋਈ। ਅਕ ਕਹਿੰਦੇ ਹਨ ਪਾਪਾਂ ਨੂੰ, ਕਮਜ਼ੋਰੀਆਂ ਨੂੰ, ਮਾੜੇ ਵਿਚਾਰਾਂ ਨੂੰ। ਹਾਨੀ ਤੋਂ ਭਾਵ ਹੈ ਖਤਮ ਹੋਣਾ। ਇਹ ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੈ ਕਿ ਸਿੱਖਾਂ ਨੇ ਬੇਨਤੀ ਕੀਤੀ, ਸਤਿਗੁਰੂ ਜੀ, ਇਹੋ ਜਿਹੀ ਬਾਣੀ ਰਚੋ ਜਿਹੜੀ ਸਿੱਖ ਰੋਜ਼ ਪੜ੍ਹਨ ਤੇ ਉਹਨਾਂ ਦੇ ਪਾਪ ਧੋਤੇ ਜਾਣ। ਪੜ੍ਹਨ ਤੋਂ ਬਾਅਦ ਇਸ ਨੂੰ ਜੇ ਕੋਈ ਹਿਰਦੇ ਵਿੱਚ ਵਸਾ ਲਵੇ ਤੇ ਕਮਾ ਲਵੇ, ਉਸ ਦਾ ਜਨਮ ਮਰਨ ਮਿਟ ਜਾਵੇ। ਸਿੱਖਾਂ ਦੀ ਇਹ ਪਿਆਰ ਤੇ ਨਿਮਰਤਾ ਭਰੀ ਬੇਨਤੀ ਸੁਣ ਕੇ ਸਤਿਗੁਰੂ ਦੇ ਕੋਮਲ ਹਿਰਦੇ ਵਿੱਚ ਸਾਰੀ ਸ੍ਰਿਸ਼ਟੀ ਦੇ ਸਵਾਸ ਸਫਲੇ ਕਰਨ ਲਈ ਉਮਾ ਪੁੰਗਰਿਆ ਕਿ ਕਿਉਂ ਨਾ ਐਸੀ ਬਾਣੀ ਰਚੀਏ ਜਿਸ ਨੂੰ ਪੜ੍ਹਨ ਨਾਲ ਮਨੁੱਖ ਦੇ ਇੱਕ ਦਿਨ ਵਿੱਚ ਲੈਣ ਵਾਲੇ 24,000 ਸਵਾਸ ਸਫਲੇ ਹੋ ਜਾਣ। ਸਿੱਖਾਂ ਦੀ ਬੇਨਤੀ ਤੇ ਗੌਰ ਕਰਦੇ ਹੋਏ ਰਾਮਸਰ ਸਾਹਿਬ ਦੇ ਪਵਿੱਤਰ ਸੁਹਾਵਣੇ ਰਮਣੀਕ ਮਾਹੌਲ ਵਾਲੇ ਵਾਤਾਵਰਨ ਵਿੱਚ ਬੈਠ ਕੇ ਜੀਵਾਂ ਦੇ ਕਲਿਆਣ ਵਾਸਤੇ ਸੁਖਮਨੀ ਸਾਹਿਬ ਦੀ ਬਾਣੀ ਉਚਾਰਨ ਕੀਤੀ। ਸਤਿਗੁਰੂ ਨੇ ਆਪਣੀ ਰੂਹਾਨੀ ਬਖਸ਼ਿਸ਼ ਵਰਤਾ ਕੇ ਇਹ ਅਨਮੋਲ ਖਜ਼ਾਨਾ ਸੰਸਾਰ ਦੀ ਝੋਲੀ ਵਿੱਚ ਪਾਇਆ। ਗੁਰੂ ਅਰਜਨ ਦੇਵ ਜੀ ਨੇ ਇਹ ਬਾਣੀ ਸਰਬ ਸਾਂਝੇ ਚਾਰੇ ਵਰਨਾਂ ਵਾਸਤੇ ਰਚੀ ਹੈ।
ਇੱਕ ਸੁਖਮਨੀ ਸਾਹਿਬ ਦੇ ਪਾਠ ਦੇ ਪੂਰੇ ਅੱਖਰ ਕੁੱਲ 21,624 ਹਨ ਤੇ 2373 ਅੱਖਰ ਪੈਰਾਂ ਵਿੱਚ ਹਨ। ਚਾਹੇ ਕੋਈ ਜੋਗੀ ਇਸ ਬਾਣੀ ਨੂੰ ਪੜ੍ਹਨ ਜਾਂ ਆਮ ਗ੍ਰਸਤੀ, ਸਾਰਿਆਂ ਦੇ ਹੀ ਸਾਰੇ ਸਵਾਸ ਸਫਲੇ ਹੁੰਦੇ ਹਨ। ਕਲਯੁਗੀ ਜੀਵਾਂ ਲਈ ਵੀ ਕਿਰਪਾ ਕੀਤੀ, ਜੋਗੀਆਂ ਲਈ ਵੀ ਕਿਰਪਾ ਕੀਤੀ। ਜੇ ਕੋਈ ਸਾਸ ਗਿਰਾਸ ਦੀ ਅਵਸਥਾ ਤੇ ਨਹੀਂ ਵੀ ਪਹੁੰਚਿਆ, ਇੱਕ ਪਾਠ ਵੀ ਸੁਖਮਨੀ ਸਾਹਿਬ ਦਾ ਸ਼ਰਧਾ ਭਾਵਨਾ ਨਾਲ ਕਰ ਲਵੇ, ਉਸ ਦੇ 24,000 ਸਵਾਸ ਸਫਲੇ ਹੋ ਜਾਣਗੇ। ਇੱਕ ਪਾਠ ਵੀ ਅੰਮ੍ਰਿਤ ਵੇਲੇ ਮਨ ਕਰਕੇ ਕਰ ਲਵੋ, 8 ਪਹਿਰਾਂ ਦੇ ਪਾਪ ਧੋਤੇ ਜਾਂਦੇ ਹਨ। ਇਹ ਹੈ ਸੁਖਮਨੀ ਸਾਹਿਬ ਦੀ ਬਾਣੀ ਦੀ ਪਹਿਲੀ ਮਹਾਨਤਾ, ਵਿਸ਼ੇਸ਼ਤਾ ਕਿ ਸੁਖਮਨੀ ਸਾਹਿਬ ਦੀ ਬਾਣੀ ਦਾ ਇੱਕ ਪਾਠ ਸ਼ਰਧਾ ਨਾਲ ਕਰਨ ਨਾਲ 24,000 ਸਵਾਸ ਸਫਲ ਹੁੰਦੇ ਹਨ। ਦਾਸ ਇੱਥੇ ਇੱਕ ਗੱਲ ਖੋਲ੍ਹ ਦੇਵੇ, ਕਈ ਜਿਨ੍ਹਾਂ ਦੀ ਉੱਚੀ ਅਵਸਥਾ ਬਣ ਜਾਵੇ ਉਹ ਕਹਿ ਦਿੰਦੇ ਹਨ, ਅਸੀਂ ਹੁਣ ਸਵਾਸ ਨਾਮ ਜਪਦੇ ਹਾਂ, ਹੁਣ ਸਾਨੂੰ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਨ ਦੀ ਲੋੜ ਨਹੀਂ। ਇਹ ਤਾਂ ਮਹਾਂਪੁਰਸ਼ ਜਾਣਨ ਕਿ ਇਸ ਵਿੱਚ ਕਿਤਨੀ ਗਹਿਰਾਈ ਹੈ। ਬੜੇ ਬੜੇ ਮਹਾਂਪੁਰਸ਼ ਜਿਨ੍ਹਾਂ ਦੀ ਸਵਾਸ ਨਾਮ ਜਪਣ ਦੀ ਅਵਸਥਾ ਹੈ, ਉਹਨਾਂ ਨੇ ਵੀ ਸੁਖਮਨੀ ਸਾਹਿਬ ਦਾ ਲੜ ਨਹੀਂ ਛੱਡਿਆ। ਦਾਸ ਕੁਝ ਮਹਾਂਪੁਰਸ਼ਾਂ ਦਾ ਜ਼ਿਕਰ ਕਰ ਰਿਹਾ ਹੈ। ਸੰਤ ਸੰਗਤ ਸਿੰਘ ਜੀ ਕਮਾਲਪੁਰ ਵਾਲੇ ਰੋਜ਼ ਦੇ 5 ਪਾਠ ਸੁਖਮਨੀ ਸਾਹਿਬ ਜੀ ਦੇ ਮੁਖ ਤੋਂ ਕਰਦੇ ਸਨ ਜਾਂ ਸ਼ਰਵਣ ਕਰਦੇ ਸਨ। ਸੰਗਤਾਂ ਕੋਲੋਂ ਵੀ ਲੱਖਾਂ ਪਾਠ ਸੁਖਮਨੀ ਸਾਹਿਬ ਦੇ ਕਰਵਾਏ। ਉਹ ਜਾਣਦੇ ਸਨ ਕਿ ਇਸ ਵਿੱਚ ਖਜ਼ਾਨਾ ਹੈ। ਸੰਤ ਉੱਤਮ ਸਿੰਘ ਜੀ, ਜਿਨ੍ਹਾਂ ਨੇ ਬਾਲ ਅਵਸਥਾ ਤੋਂ ਸੁਖਮਨੀ ਸਾਹਿਬ ਦਾ ਪਾਠ ਕੰਠ ਕੀਤਾ ਤੇ ਸਾਰੀ ਉਮਰ ਅਖੀਰਲੇ ਸਵਾਸਾਂ ਤੱਕ ਰੋਜ਼ ਨਿਯਮ ਨਾਲ ਸੁਖਮਨੀ ਸਾਹਿਬ ਦੇ ਕਈ ਪਾਠ ਬੜੇ ਪ੍ਰੇਮ ਤੇ ਵਿਸ਼ਵਾਸ ਨਾਲ ਕਰਦੇ ਤੇ ਸੁਣਦੇ ਰਹਿੰਦੇ ਸਨ। ਸੰਤ ਨਿਹਚਲ ਸਿੰਘ ਜੀ ਜਮਨਾ ਨਗਰ ਵਾਲੇ ਰੋਜ਼ 2 ਪਾਠ ਸੁਣਦੇ ਸਨ। ਬਾਬਾ ਨੰਦ ਸਿੰਘ ਜੀ ਰੋਜ਼ ਦੇ 5 ਪਾਠ ਸੇਵਕ ਕੋਲੋਂ ਸੁਣਦੇ ਸਨ। ਇਹ ਨਹੀਂ ਕਿ ਇਹਨਾਂ ਮਹਾਂਪੁਰਸ਼ਾਂ ਦੇ ਹੋਰ ਨਿਤਨੇਮ ਨਹੀਂ ਸਨ ਜਾਂ ਸਵਾਸ ਨਾਮ ਨਹੀਂ ਸੀ ਜਪਦੇ, ਪਰ ਸਭ ਕੁਝ ਹੋਣ ਦੇ ਬਾਵਜੂਦ ਵੀ ਸੁਖਮਨੀ ਸਾਹਿਬ ਦਾ ਲੜ ਨਹੀਂ ਛੱਡਿਆ। ਸੰਤ ਬਾਬਾ ਨੰਦ ਸਿੰਘ ਜੀ ਦੀ ਜੀਵਨੀ ਇਸੇ ਚੈਨਲ ਦੇ ਉੱਪਰ ਚੱਲ ਰਹੀ ਹੈ। ਜਿਨ੍ਹਾਂ ਨੇ ਉਹਨਾਂ ਦੀ ਜੀਵਨੀ ਦੇ ਨਾਲ ਜੁੜਨਾ ਹੈ, ਕਿਰਪਾ ਕਰਕੇ ਚੈਨਲ 'ਤੇ ਦੇਖ ਲੈਣ। ਸੰਤ ਬਾਬਾ ਨੰਦ ਸਿੰਘ ਜੀ ਦੀ ਜੀਵਨੀ ਤੇ ਮਸਤੂਆਣੇ ਸੰਤ ਬਾਬਾ ਅਤਰ ਸਿੰਘ ਜੀ ਦੀ ਜੀਵਨੀ ਇਸੇ ਚੈਨਲ ਦੇ ਉੱਤੇ ਮੌਜੂਦ ਹੈ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸਵਾਸ ਦੀ ਬੜੀ ਅਵਸਥਾ ਦੇ ਮਾਲਕ ਸਨ, ਪਰ ਰੋਜ਼ 5 ਗ੍ਰੰਥੀ ਦਾ ਨਿਤਨੇਮ ਕਰਦੇ ਸਨ। ਸੁਖਮਨੀ ਸਾਹਿਬ ਦਾ ਨੇਮ ਉਹਨਾਂ ਵੀ ਨਹੀਂ ਸੀ ਛੱਡਿਆ। ਕਈ ਵਾਰੀ ਸਫ਼ਰ ਵਿੱਚ ਵੀ ਹੋਣਾ, ਸੇਵਕਾਂ ਨੇ ਸੋ ਜਾਣਾ, ਪਰ ਆਪ ਸੁਖਮਨੀ ਸਾਹਿਬ ਦਾ ਨੇਮ ਭੁਗਤਾ ਕੇ ਆਰਾਮ 'ਚ ਹੁੰਦੇ ਸਨ। ਸੰਤ ਹੀਰਾ ਸਿੰਘ ਸ਼ਾਹਪੁਰ ਵਾਲਿਆਂ ਸਾਰੀ ਜ਼ਿੰਦਗੀ ਸੁਖਮਨੀ ਸਾਹਿਬ ਦਾ ਨੇਮ ਨਹੀਂ ਛੱਡਿਆ। ਹੋਰ ਵੀ ਅਣਗਿਣਤ ਹੋਣਗੇ ਸੰਤ ਮਹਾਂਪੁਰਸ਼ ਜਿਨ੍ਹਾਂ ਨੇ ਸਿਮਰਨ ਬੰਦਗੀ ਹੋਣ ਦੇ ਬਾਵਜੂਦ ਵੀ ਸੁਖਮਨੀ ਸਾਹਿਬ ਦਾ ਲੜ ਨਹੀਂ ਛੱਡਿਆ। ਅਸੀਂ ਬੜੀ ਪਿਆਰੀ ਇਹ ਸਿੱਖਿਆ ਜ਼ਰੂਰ ਲੈਣੀ ਹੈ ਕਿ ਸਵਾਸ ਅਵਸਥਾ ਨਹੀਂ ਬਣੀ। ਸੁਖਮਨੀ ਸਾਹਿਬ ਜੀ ਦਾ ਸ਼ਰਧਾ ਨਾਲ ਪਾਠ ਕਰੋ, 8 ਪਹਿਰਾਂ ਦੇ 24,000 ਸਵਾਸ ਸਫਲੇ ਹੋ ਜਾਣਗੇ। ਸਵਾਸ ਅਵਸਥਾ ਬਣ ਵੀ ਗਈ ਤਾਂ ਵੀ ਸੁਖਮਨੀ ਸਾਹਿਬ ਦਾ ਲੜ ਨਹੀਂ ਛੱਡਣਾ। ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਕਰਨਾ ਤੇ ਚੈਨਲ ਦੇ ਨਾਲ ਜੁੜੇ ਰਹਿਣਾ। ਧੰਨਵਾਦ।